ਡਾਕਟਰਸ ਦੇ ਕੋਲ ਜਦੋਂ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੈਣ ਜਾਂਦੇ ਹਾਂ, ਉਹ ਟ੍ਰੀਟਮੈਂਟ ਕਰਦੇ ਨੇ ਤਾਂ ਅਕਸਰ ਲੋਕ ਇਹੀ ਕਹਿੰਦੇ ਨੇ ਕਿ ਦਵਾਈ ਬੜੀ ਮਹਿੰਗੀ ਲਿਖੀ ਜਾਂਦੀ ਹੈ। ਹੋ ਨਹੀਂ ਸਕਦਾ ਕਿ ਉਹਦਾ ਦਵਾਈ ਦੀ ਕੰਪਨੀ ਦੀ ਬਜਾਏ ਉਹਦਾ ਸਾਲਟ ਲਿਖ ਦਿੱਤਾ ਜਾਵੇ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈਗੀ ਕਿ ਸਾਲਟ ਲਿਖਣ ਦੀ, ਉਹ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਉਸ ਤਰ੍ਹਾਂ ਹੀ ਪਾਲਣਾ ਕੀਤੀ ਜਾਏਗੀ। ਪਰ ਮੇਰੀ ਇੱਥੇ ਬੇਨਤੀ ਇਹ ਹੈ ਕਿ ਜੇ ਸਾਲਟ ਲਿਖ ਕੇ ਦਿੱਤਾ ਜਾਵੇ ਤਾਂ ਸ਼ਾਇਦ ਉਸ ਨੂੰ ਕੋਈ ਬਾਹਰਲੇ ਸ਼ਰਾਰਤੀ ਅੰਸਰ ਮਿਸਯੂਜ਼ ਕਰਕੇ ਜੈਨਰਿਕ ਦਵਾਈ ज़्यादा महंगे रेट के उत्ते या ब्रांडेड जेनरिक या एक पूरी ब्रांडेड मैडिसन किस तरह की मिलेगी, वो यकीनी बनाना काफ़ी मुश्किल हो जाता है। लैब्स की गल की जाए तो लैब्स के विच रेट जिहड़े हुंदे ने वो तय नहीं होंगे। किसी लैब के कोई टैसट की गल की जाए, कोई 800 कर रहा है, कोई 1200 कर रहा है, कोई 1600 कर रहा है कि कोई लिस्टां भी जारी कीतियां जा सकदियां ने, जां सेहत विभाग वालों कोई अजिहे निर्देश जारी किए जाण कि सब का जिहड़ा लैब के टैसटां की कीमत वो एक हो जाए। ਜਿਹੜੇ ਮੁਲਾਜ਼ਮ ਨੇ, ਡਾਕਟਰ ਨੇ, ਕਰਮਚਾਰੀ ਨੇ, ਉਹ ਪੂਰੇ ਸਮੇਂ ਦੇ ਪਾਬੰਦ ਹੋ ਜਾਣ। ਪਟਿਆਲਾ ਦੇ ਵਿੱਚ ਕੀ ਸਥਿਤੀ ਹੈ ਕਿ ਉਹਨਾਂ ਦੇ ਜਿਹੜੇ ਨਿਯਮ ਨੇ ਜਾਂ ਉਹਨਾਂ ਵੱਲੋਂ ਹਦਾਇਤਾਂ ਨੇ ਉਹਨਾਂ ਦਾ ਪਾਲਣ ਕੀਤਾ ਜਾ ਰਿਹਾ ਹੈ? 100% ਪਾਲਣ ਕੀਤਾ ਜਾ ਰਿਹਾ ਔਰ ਹੁੰਦਾ ਰਹੇਗਾ। ਕਿੰਨੀ ਕੁ ਜਿਹੜੀ ਲਾਗੂ ਹੋ ਰਹੀ ਹੈ ਆਯੁਸ਼ਮਾਨ ਯੋਜਨਾ, ਕੀ ਸਥਿਤੀ ਹੈ ਉਸਦੀ ਜੀ? ਤੇ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਦੁੱਧ ਦੇ ਜਿਹੜੇ ਅੰਕੜੇ ਸੀਗੇ ਉਹ ਕਾਫੀ ਚੌਂਕਾਉਣ ਵਾਲੇ ਸੀਗੇ ਕਿ 16 ਲੱਖ ਦੇ ਪ੍ਰਤੀ ਜਿਹੜਾ ਹੈਗਾ ਕਿਲੋ ਉਹ ਦੁੱਧ ਦੀ ਪੈਦਾਵਾਰ ਹੋ ਰਹੀ ਹੈ ਤੇ 20 ਲੱਖ ਤੋਂ ਜ਼ਿਆਦਾ ਜਿਹੜੀ ਉਹਦੀ ਕੰਜ਼ੰਪਸ਼ਨ ਹੋ ਰਹੀ ਹੈ। ਤੇ ਜਿਹੜਾ ਐਡਾ ਵੱਡਾ ਪਾੜਾ ਹੈ ਉਸ ਨੂੰ ਦੂਰ ਕਰਨ ਵਾਸਤੇ ਹੈਲਥ ਵਿਭਾਗ ਕੀ ਕਰ ਰਿਹਾ ਹੈ? ਕਿਉਂਕਿ ਜੇਕਰ 16 ਲੱਖ ਓਰੀਜਨਲ ਦੁੱਧ ਦਾ ਲੀਟਰ ਤਾਂ ਉਸ ਤੋਂ ਇਲਾਵਾ ਜਿਹੜਾ ਦੁੱਧ ਆ ਉਹ ਕਿੱਥੋਂ ਆ ਰਿਹਾ ਹੈ? ਕੋਈ ਅਜਿਹੀ ਕੋਈ ਰਿਪੋਰਟ ਆਈ ਹੋਵੇ ਜੀ? ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਗੱਲ ਸੱਚੀ ਹੈ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਬੁਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੇ ਜੀਵਨ ਦੇ ਅਨੁਭਵ ਵੀ ਜਾਣਦੇ ਹਾਂ। ਇਸੇ ਲੜੀ ਦੇ ਤਹਿਤ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਿਵਲ ਸਰਜਨ ਪਟਿਆਲਾ ਡਾਕਟਰ ਜਤਿੰਦਰ ਕਾਂਸਲ ਜੀ। ਕਾਂਸਲ ਸਾਹਿਬ ਸਵਾਗਤ ਹੈ ਜੀ। ਧੰਨਵਾਦ ਜੀ। ਮੇਰੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਕਾਂਸਲ ਸਾਹਿਬ, ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੈਲਥ ਦੀ ਕੀ ਸਥਿਤੀ ਹੈ? ਹੈਲਥ ਸਹੂਲਤਾਂ ਦੀ ਕੀ ਸਥਿਤੀ ਹੈ? ਕਿੰਨੀਆਂ ਕੁ ਡਿਸਪੈਂਸਰੀਜ਼ ਨੇ, ਕਿੰਨੇ ਕੁ ਹਸਪਤਾਲ ਨੇ ਤੇ ਕਿਹੋ ਜਿਹੇ ਉੱਥੇ ਪ੍ਰਬੰਧ ਨੇ? ਸਾਡੇ ਕੋਲੇ ਇਸ ਵੇਲੇ ਪਟਿਆਲੇ ਜ਼ਿਲ੍ਹੇ ਦੇ ਵਿੱਚ 20 ਲੱਖ ਦੀ ਆਬਾਦੀ ਹੈ ਟੋਟਲ, ਔਰ ਇਸ ਦੇ ਵਿੱਚ ਇੱਕ ਗਵਰਨਮੈਂਟ ਮੈਡੀਕਲ ਕਾਲਜ ਹੈ, ਇੱਕ ਜ਼ਿਲ੍ਹਾ ਹਸਪਤਾਲ ਮਾਤਾ ਕਸ਼ਲਿਆ ਹਸਪਤਾਲ ਹੈ, 3 ਸਬ ਡਿਵੀਜ਼ਨ ਹਸਪਤਾਲ ਨੇ ਰਾਜਪੁਰਾ, ਨਾਭਾ, ਸਮਾਣਾ, 9 ਕਮਿਊਨਿਟੀ ਹੈਲਥ ਸੈਂਟਰ ਹੈਗੇ ਨੇਗੇ, ਔਰ ਇਸ ਤੋਂ ਇਲਾਵਾ 185 ਸਬ ਸੈਂਟਰ ਹੈਗੇ ਨੇ, ਜਿਹਦੇ ਵਿੱਚੋਂ 125 ਵੈਲਨੈਸ ਸੈਂਟਰ ਦੇ ਤੌਰ ਦੇ ਉੱਤੇ CHO ਦੇ ਨਾਲ ਕੰਮ ਕਰ ਰਹੇ ਨੇ ਇਸ ਵੇਲੇ ਜੀ। ਤੁਸੀਂ ਜ਼ਿਕਰ ਕੀਤਾ ਹੈ ਮਾਤਾ ਕੌਸ਼ਲਿਆ ਹਸਪਤਾਲ ਦਾ, ਤਾਂ ਮਾਤਾ ਕੌਸ਼ਲਿਆ ਹਸਪਤਾਲ ਦੇ ਵਿੱਚ OPD ਦੀ ਕੀ ਸਥਿਤੀ ਹੈ? ਕਿੰਨੇ ਕੁ ਮਰੀਜ਼ ਰੋਜ਼ਾਨਾ ਆ ਰਹੇ ਨੇ? ਸੈਂਟਰ ਦੇ ਵਿੱਚ ਪੈਂਦਾ ਪਟਿਆਲੇ? ਹਾਂਜੀ, ਪਟਿਆਲੇ ਦੇ ਵਿੱਚ ਮਾਤਾ ਕੌਸ਼ਲਿਆ ਜ਼ਿਲ੍ਹਾ ਹਸਪਤਾਲ ਦੇ ਤੌਰ ਦੇ ਉੱਤੇ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਲਗਭਗ ਰੋਜ਼ਾਨਾ ਇੱਥੇ 1800 ਤੋਂ 2000 ਤੱਕ ਦੀ OPD ਹੈਗੀ ਹੈ ਜੀ, ਔਰ ਮਾਹਰ ਡਾਕਟਰ ਬੜੀਆਂ ਵਧੀਆ ਸੇਵਾਵਾਂ ਦੇ ਰਹੇ ਨੇ ਜੀ ਜੀ। ਤੇ ਨਾਲ ਹੀ ਗੱਲ ਕੀਤੀ ਜਾਵੇ ਜੀ ਮਹਾਮਾਰੀਆਂ ਦੀ, ਛੋਟੀਆਂ ਮਹਾਮਾਰੀਆਂ ਕਹਿ ਸਕਦੇ ਹਾਂ ਉਸ ਨੂੰ, ਜਿਸ ਤਰ੍ਹਾਂ ਇੱਕਦਮ ਡੇਂਗੂ ਹੋ ਗਿਆ ਜੀ, ਮਲੇਰੀਆ ਹੋ ਗਿਆ, ਪਰ ਅਫੜਾ ਤਫੜੀ ਮਚ ਜਾਂਦੀ ਹੈ। ਇਸੇ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ? ਕਿਉਂਕਿ ਜਿਹੜਾ ਆਗਾਮੀ ਮੌਸਮ ਆਉਣਾ ਹੈ ਉਹ ਡੇਂਗੂ ਤੇ ਮਲੇਰੀਆ ਦਾ ਹੋਵੇਗਾ। ਬਿਲਕੁਲ ਬਿਲਕੁਲ। ਇੱਥੇ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹੁੰਦਾ ਹੈਗਾ, ਜਦੋਂ ਪੰਜਾਬ ਭਰ ਦੇ ਵਿੱਚ ਪਿਛਲੇ ਸਾਲ ਵੀ ਡੇਂਗੂ ਤੇ ਮਲੇਰੀਆ ਆਪਣੀ ਮਹਾਮਾਰੀ ਕਰ ਰਿਹਾ ਸੀਗਾ, ਉਸ ਵੇਲੇ ਪਟਿਆਲਾ ਜ਼ਿਲ੍ਹਾ ਦੀਆਂ ਜਿਹੜੀਆਂ ਫਿਗਰਸ ਸੀਗੀਆਂ ਡੇਂਗੂ ਦੇ ਮਰੀਜ਼ਾਂ ਦੀਆਂ ਉਹ ਬਹੁਤ ਘੱਟ ਸੀਗੀਆਂ। ਇਸ ਲਈ ਸਾਡੇ ਜ਼ਿਲ੍ਹਾ ਐਪੀਡੈਮੀਓਲੋਜਿਸਟ ਡਾਕਟਰ ਸੁਮਿਤ ਸਿੰਘ ਬਹੁਤ ਚੰਗਾ ਕੰਮ ਕਰ ਰਹੇ ਨੇਗੇ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ, ਕਾਰਪੋਰੇਸ਼ਨ ਦੇ ਨਾਲ ਮਿਲ ਕੇ, ਸਾਡੇ ਸਾਰੇ ਡਾਕਟਰ ਸਾਹਿਬਾਨ ਵੀ। ਸਾਡੀ ਤਿਆਰੀ ਤਾਂ ਇਸ ਵੇਲੇ ਇਹ ਹੈ, ਲੋਕਾਂ ਨੂੰ ਇਹ ਬੇਨਤੀ ਕਰਾਂਗੇ ਕਿ ਜਿੱਥੇ ਵੀ ਕਿਤੇ ਪਾਣੀ ਖੜਦਾ ਹੈ ਉਹਨਾਂ ਦੇ ਘਰਾਂ ਦੇ ਵਿੱਚ, ਗਮਲਿਆਂ ਦੇ ਵਿੱਚ, ਟਾਇਰਾਂ ਦੇ ਵਿੱਚ, ਕੂਲਰ ਆਦਿ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਹਰ ਸ਼ੁੱਕਰਵਾਰ ਨੂੰ ਇੱਕ ਡਰਾਈ ਡੇ ਮਨਾਉਂਦੇ ਹੋਏ ਉਸ ਨੂੰ ਸਾਫ਼ ਕੀਤਾ ਜਾਵੇ, ਔਰ ਕਾਰਪੋਰੇਸ਼ਨ ਦੇ ਨਾਲ ਬਾਕੀ ਅਦਾਰਿਆਂ ਦੇ ਨਾਲ ਟਾਈ ਅਪ ਕਰਕੇ ਇਹ ਵੀ ਮੁਹੱਈਆ ਕਰਵਾਇਆ ਜਾ ਰਿਹਾ ਕਿ ਜਿੱਥੇ ਵੀ ਕਿਤੇ ਪਾਣੀ ਖੜਦਾ ਹੈ ਉਸ ਦੀ ਖੜਾ ਨਾ ਹੋਵੇ, ਔਰ ਲੋੜ ਪੈਣ ਸਿਰ ਜਦੋਂ ਵੀ ਲੋੜ ਪਏਗੀ ਇਸ ਦੀ ਫੋਗਿੰਗ ਵੀ ਸਟਾਰਟ ਕੀਤੀ ਜਾਏਗੀ। ਨਾਲ ਹੀ ਗੱਲ ਕੀਤੀ ਜਾਵੇ ਜੀ ਨਵੀਂ ਸਰਕਾਰ ਦੀ, ਭਗਵੰਤ ਸਿੰਘ ਮੁੱਖ ਮੰਤਰੀ ਬਣੇ ਨੇ ਪੰਜਾਬ ਦੇ, ਮਾਨ ਸਾਹਿਬ ਸਾਡੇ ਮਾਣਯੋਗ ਨੇ, ਸੋ ਇਸ ਦੇ ਚੱਲਦੇ ਉਹਨਾਂ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਿਹੜੇ ਮੁਲਾਜ਼ਮ ਨੇ, ਡਾਕਟਰ ਨੇ, ਕਰਮਚਾਰੀ ਨੇ, ਉਹ ਪੂਰੇ ਸਮੇਂ ਦੇ ਪਾਬੰਦ ਹੋ ਜਾਣ। ਪਟਿਆਲਾ ਦੇ ਵਿੱਚ ਕੀ ਸਥਿਤੀ ਹੈ ਕਿ ਉਹਨਾਂ ਦੇ ਜਿਹੜੇ ਨਿਯਮ ਨੇ ਜਾਂ ਉਹਨਾਂ ਵੱਲੋਂ ਹਦਾਇਤਾਂ ਨੇ ਉਹਨਾਂ ਦਾ ਪਾਲਣ ਕੀਤਾ ਜਾ ਰਿਹਾ ਹੈ? ਬਿਲਕੁਲ ਜੀ, 100% ਸਰਕਾਰ ਦੀਆਂ ਹਦਾਇਤਾਂ ਦਾ, ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਦਾ, ਮਾਨਯੋਗ ਸਿਹਤ ਮੰਤਰੀ ਸਾਹਿਬ ਦੀਆਂ ਹਦਾਇਤਾਂ ਦਾ 100% ਪਾਲਣ ਕੀਤਾ ਜਾ ਰਿਹਾ ਔਰ ਹੁੰਦਾ ਰਹੇਗਾ।
ਔਰ ਮੁਲਾਜ਼ਮ, ਅਧਿਕਾਰੀ, ਕਰਮਚਾਰੀ, ਡਾਕਟਰ ਸਮੇਂ ਸਿਰ ਪਹੁੰਚਣ ਲਈ ਵਚਨਬੱਧ ਨੇ ਔਰ ਪਹੁੰਚਦੇ ਹਨ ਨੇ ਜੀ। ਜੀ, ਤੇ ਨਾਲ ਹੀ ਇੱਕ ਉਹਨਾਂ ਨੇ ਇਹ ਵੀ ਫੈਸਲਾ ਕੀਤਾ ਸੀ ਕਿ ਜਿਹੜੇ ਡਾਕਟਰਸ ਘਰੇ ਪ੍ਰੈਕਟਿਸ ਕਰਦੇ ਨੇ, ਸਿੱਧੀ ਉਹਨਾਂ ਦੀ ਦੋ ਟੁਕ ਸੀ ਕਿ ਜਾਂ ਤਾਂ ਉਹ ਘਰੇ ਪ੍ਰੈਕਟਿਸ ਕਰ ਲੈਣ ਤੇ ਜਾਂ ਫਿਰ ਸਰਕਾਰੀ ਨੌਕਰੀ ਕਰ ਲੈਣ। ਕਿੰਨੀ ਕੁ ਉਸ ਆਦੇਸ਼ ਦੀ ਪਾਲਣਾ ਹੋ ਰਹੀ ਹੈ? ਇਸ ਦੇ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ, ਔਰ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਹਲੇ ਸਾਹਮਣੇ ਨਹੀਂ ਆਇਆ ਹੈਗਾ ਵੀ ਜਿੱਥੇ ਇਸ ਤਰ੍ਹਾਂ ਦੀ ਪ੍ਰੈਕਟਿਸ ਕੀਤੀ ਜਾ ਰਹੀ ਹੋਵੇ, ਔਰ ਸਰਕਾਰ ਦੀ ਹਦਾਇਤਾਂ ਦੀ 100% ਇਨ ਬਿਨ ਪਾਲਣਾ ਕੀਤੀ ਜਾਏਗੀ। ਤੇ ਨਾਲ ਹੀ ਗੱਲ ਕੀਤੀ ਜਾਵੇ ਜੀ ਆਯੁਸ਼ਮਾਨ ਯੋਜਨਾ ਦੀ, ਜੀ ਤਾਂ ਪਹਿਲਾਂ ਜ਼ਿਕਰ ਕਰ ਚੁੱਕੇ ਹੋ ਕਿ ਤੁਸੀਂ 1800 ਤੋਂ 2000 ਜਿਹੜੇ ਪੇਸ਼ੈਂਟ ਨੇ ਡੇਲੀ ਉਹ ਮਾਤਾ ਕੁਸ਼ਲਿਆ ਹਸਪਤਾਲ ਦੇ ਵਿੱਚ ਆ ਰਹੇ ਨੇ। ਜੀ 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 ਕਿੰਨੀ ਕੁ ਜਿਹੜੀ ਲਾਗੂ ਹੋ ਰਹੀ ਹੈ ਆਯੁਸ਼ਮਾਨ ਯੋਜਨਾ, ਕੀ ਸਥਿਤੀ ਹੈ ਉਸ ਦੀ ਜੀ? ਆਯੁਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਜਿਹੜੀ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ 13 ਸਰਕਾਰੀ ਅਦਾਰੇ ਔਰ 66 ਪ੍ਰਾਈਵੇਟ ਅਦਾਰੇ ਇਸ ਦੇ ਵਿੱਚ ਇੰਪੈਨਲਡ ਨੇ ਜੀ। ਔਰ ਜਿਹੜੇ ਲੋਕ ਲਗਭਗ 75% ਦੀ ਜਨਤਾ ਪਬਲਿਕ ਜਿਹੜੀ ਇਸ ਦੇ ਤਹਿਤ ਜਿਹਨੂੰ ਇਹ ਸੁਵਿਧਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਮਿਲ ਰਹੀ ਹੈ। ਥੋੜੀ ਜਿਹੀ ਪਿੱਛੇ ਜੇ ਦਿੱਕਤ ਸੀਗੀ, ਉਸ ਤੋਂ ਬਾਅਦ ਸਟੇਟ ਹੈਲਥ ਏਜੰਸੀ ਨੇ ਇਸ ਨੂੰ ਟਰਸਟ ਮੋਡ ਦੇ ਉੱਤੇ ਅਡਾਪਟ ਕਰਦੇ ਹੋਏ ਹੁਣ ਫਿਰ ਇਹ ਸਹੂਲਤਾਂ ਮਿਲ ਰਹੀਆਂ ਨੇ ਲੋਕਾਂ ਨੂੰ। ਕੁਝ ਕੁ ਸੁਵਿਧਾ ਹੈਗੀਆਂ ਨੇ ਜਿਹੜੀਆਂ ਸਰਕਾਰੀ ਹਸਪਤਾਲ ਦੇ ਵਿੱਚ ਰੱਖਵੀਆਂ ਨੇ, ਬਾਕੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਲੋਕਾਂ ਨੂੰ ਬਿਨਾਂ ਖਰਚੇ ਤੋਂ, ਬਿਨਾਂ ਕਿਸੇ ਇਹ ਸੁਵਿਧਾ ਆਰਾਮ ਦੇ ਨਾਲ ਮਿਲ ਰਹੀਆਂ ਨੇਗੀਆਂ ਔਰ ਮਿਲਦੀਆਂ ਰਹਿਣਗੀਆਂ। ਅੱਛਾ ਡਾਕਟਰ ਸਾਹਿਬ, ਮਹਾਮਾਰੀ ਦੇ ਦੌਰ 'ਚੋਂ ਅਸੀਂ ਨਿਕਲ ਕੇ ਹਟੇ ਹਾਂ। ਮਹਾਮਾਰੀ ਨੇ ਕਾਫੀ ਨੁਕਸਾਨ ਕੀਤਾ ਹੈ, ਜਾਨੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਹੈ ਜੀ। ਤੇ ਸਿਹਤ ਸਹੂਲਤਾਂ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਸੀ, ਚਾਹੇ ਡਾਕਟਰ ਸੀਗੇ, ਚਾਹੇ ਉਹਨਾਂ ਦੇ ਮੁਲਾਜ਼ਮ ਸੀਗੇ, ਜਿੰਨੇ ਵੀ ਵਰਕਰ ਸੀ ਜਿਨ੍ਹਾਂ ਨੂੰ ਕਰੋਨਾ ਵਾਰੀਅਰਸ ਕਿਹਾ ਜਾਂਦਾ ਹੈ, ਉਹਨਾਂ ਨੇ ਪੂਰਾ ਆਪਣੇ ਪਰਿਵਾਰਾਂ ਦੀ ਪਰਵਾਹ ਨਾ ਕੀਤੇ ਹੋਏ ਆਪਣੀ ਜਿਹੜੀ ਜਾਨ ਸੀ ਉਹ ਦਾਅ 'ਤੇ ਲਾ ਕੇ ਸੇਵਾ ਕੀਤੀ ਹੈ ਜੀ। ਠੱਲ ਪੈ ਚੁੱਕੀ ਹੈ ਉਸ ਨੂੰ। ਤੇ ਹੁਣ ਜਿਹੜਾ ਕੀ ਉਹਦੀ ਕੋਵੈਕਸੀਨ ਜਾਂ ਜਿਹੜੀ ਵੈਕਸੀਨ ਲਗਾਈ ਜਾ ਰਹੀ ਹੈ, ਕੋਵਿਸ਼ੀਲਡ ਵੀ ਲਗਾਈ ਜਾ ਰਹੀ ਹੈ, ਉਹਦੀ ਕੀ ਸਥਿਤੀ ਹੈ? ਕਹਿੰਦੀ ਤੀਸਰੀ ਜਿਹੜੀ ਡੋਜ਼ ਲੱਗਣੀ ਸ਼ੁਰੂ ਹੋ ਗਈ ਹੈ। ਬਿਲਕੁਲ ਜੀ, ਬਿਲਕੁਲ। 2 ਸਾਲ ਪਹਿਲਾਂ ਜਦੋਂ ਤੋਂ ਲੈ ਕੇ ਇਹ ਕੋਵਿਡ ਦੀ ਮਹਾਮਾਰੀ ਆਈ ਸੀਗੀ, ਜੁਝਾਰੂ ਹੋ ਕੇ ਸਾਡੇ ਡਾਕਟਰਸ ਨੇ, ਪੈਰਾਮੈਡਿਕਸ ਨੇ ਕੰਮ ਕੀਤਾ ਇਸ ਦੇ ਵਿੱਚ ਜੀ। ਔਰ ਇਸ ਦੀ ਇਨੀਸ਼ੀਅਲ ਜਿਹੜੀ ਠੱਲ ਸੀਗੀ ਉਹ ਤਾਂ ਪਈ, ਜਿਹੜੇ ਆਪਾਂ ਬਾਰ-ਬਾਰ ਹੱਥ ਧੋਣ ਲੱਗੇ, ਸੈਨੀਟਾਈਜ਼ਰ ਦਾ ਯੂਜ਼ ਕੀਤਾ, ਮਾਸਕ ਲਾਏ, ਸਮਾਜਿਕ ਦੂਰੀ ਬਣਾਈ ਰੱਖੀ, ਬਟ ਜਿਹੜੀ ਅਸਲੀ ਨਕੇਲ ਪਈ ਹੈ ਇਸ ਦੇ ਉੱਤੇ ਉਹ ਪਈ ਹੈ ਪਿਛਲੀ ਜਨਵਰੀ ਤੋਂ ਲੈ ਕੇ 21 ਤੋਂ ਲੈ ਕੇ ਜਦੋਂ ਤੋਂ ਵੈਕਸੀਨੇਸ਼ਨ ਸ਼ੁਰੂ ਹੋਈ ਜੀ। ਕੋਵਿਡ ਵੈਕਸੀਨੇਸ਼ਨ ਪਿਛਲੀ 20-21 ਜਨਵਰੀ ਤੋਂ ਜਦੋਂ ਤੋਂ ਲੈ ਕੇ ਸ਼ੁਰੂ ਹੋਈ ਹੈ, ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿਹੜੇ 15 ਸਾਲ ਤੋਂ ਉੱਪਰ ਨੇਗੇ ਉਹ ਲਗਭਗ 15.5 ਲੱਖ ਲਾਭਪਾਤਰੀ ਨੇ, ਜਿਹਦੇ ਵਿੱਚੋਂ 14.5 ਲੱਖ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈਗੀ, ਭਾਵ ਹਲੇ ਵੀ ਲੱਖ ਨੂੰ ਲੱਗਣੀ ਬਾਕੀ ਹੈਗੀ। ਔਰ ਉਸ ਤੋਂ ਬਾਅਦ ਜਿਹੜੀ ਦੂਜੀ ਡੋਜ਼ ਹੈ ਉਹ ਇਸ ਵੇਲੇ 11,67,000 ਨੂੰ ਲੱਗ ਚੁੱਕੀ ਹੈਗੀ ਔਰ 2 ਲੱਖ ਲਾਭਪਾਤਰੀ ਅਜਿਹਾ ਹੈ ਵੀ ਜਿਹਦੀ ਦੂਜੀ ਡੋਜ਼ ਡਿਊ ਹੋ ਚੁੱਕੀ ਹੈਗੀ ਪਰ ਹਲੇ ਲੱਗਣੀ ਬਾਕੀ ਹੈ। ਮੈਂ ਅੱਜ ਇਸ ਤੁਹਾਡੇ ਮਾਧਿਅਮ ਤਹਿਤ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਦੀ ਦੂਸਰੀ ਡੋਜ਼ ਡਿਊ ਹੈ ਉਹ ਕਿਰਪਾ ਕਰਕੇ ਆਪਣੇ ਨੇੜਲੇ ਸਿਹਤ ਸੈਂਟਰ ਦੇ ਵਿੱਚ ਜਾਂ ਜਿੱਥੇ ਕਿਤੇ ਵੀ ਕੈਂਪ ਲੱਗਦਾ ਆਪਣੀ ਦੂਸਰੀ ਡੋਜ਼ ਲਗਵਾਉਣਾ ਯਕੀਨੀ ਬਣਾਇਆ ਜਾਵੇ, ਔਰ ਤਾਂ ਜੋ ਜੇ ਕਿਸੇ ਵੇਲੇ ਫਿਰ ਇਹ ਮਹਾਮਾਰੀ ਦਾ ਪ੍ਰਕੋਪ ਤੀਜੀ ਵੇਵ, ਚੌਥੀ ਵੇਵ ਦੇ ਤਹਿਤ ਆਂਦਾ ਹੈਗਾ ਤਾਂ ਘੱਟੋ ਘੱਟ ਲੱਛਣਾਂ ਦਾ ਸਾਹਮਣਾ ਕਰਨਾ ਪਵੇ ਔਰ ਬਚਾਅ ਹੋ ਸਕੇ। ਜਿਹੜੀ ਤੁਸੀਂ ਗੱਲ ਕੀਤੀ ਹੈ ਪ੍ਰੀਕਾਸ਼ਨਰੀ ਡੋਜ਼ ਦੀ, ਉਹ ਪ੍ਰੀਕਾਸ਼ਨਰੀ ਡੋਜ਼ ਤੀਜੀ ਡੋਜ਼ ਲੱਗ ਰਹੀ ਹੈ ਜੀ। ਉਹ ਉਹਨਾਂ ਲਾਭਪਾਤਰੀਆਂ ਨੂੰ ਲੱਗ ਰਹੀ ਹੈ ਜਿਨ੍ਹਾਂ ਦੀ ਦੂਸਰੀ ਡੋਜ਼ ਨੂੰ 9 ਮਹੀਨੇ ਹੋ ਚੁੱਕੇ ਨੇ, ਭਾਵ ਅੱਜ ਦੀ ਤਾਰੀਖ ਦੇ ਵਿੱਚ ਜਿਹਨੂੰ 10 ਜੁਲਾਈ ਤੋਂ ਪਹਿਲਾਂ, 10 ਜੁਲਾਈ 2021 ਤੋਂ ਪਹਿਲਾਂ ਲੱਗ ਚੁੱਕੀ ਹੈਗੀ। ਇਹਦੇ ਵਿੱਚ ਸਾਡੇ ਹੈਲਥ ਕੇਅਰ ਵਰਕਰਸ, ਫਰੰਟ ਲਾਈਨ ਵਰਕਰਸ ਔਰ 60 ਸਾਲ ਤੋਂ ਉੱਪਰ ਵਾਲੇ ਕੁਝ ਕੁ ਲਾਭਪਾਤਰੀ ਆਉਂਦੇ ਨੇ। ਅੱਜ ਦੀ ਤਾਰੀਖ ਦੇ ਵਿੱਚ 45,000 ਲਾਭਪਾਤਰੀ ਇਸ ਦੇ ਲਈ ਐਲੀਜੀਬਲ ਨੇਗੇ, 30,000 ਡੋਜ਼ ਲੱਗ ਚੁੱਕੀ ਹੈ। ਫਿਰ ਮੇਰੀ ਮੁੜ ਬੇਨਤੀ ਹੈਗੀ ਕਿ ਉਹ ਜਿਹੜੇ 15,000 ਹਲੇ ਬਕਾਇਆ ਨੇ ਉਹ ਕਿਰਪਾ ਕਰਕੇ ਆਪਣੀ ਤੀਜੀ ਪ੍ਰੀਕਾਸ਼ਨਰੀ ਰਾਖਵੀਂ ਡੋਜ਼ ਵੀ ਲਗਵਾਉਣ। ਇੱਕ ਅਪੀਲ ਇਸ ਦੇ ਮੌਕੇ ਦੇ ਉੱਤੇ ਮੈਂ ਫਿਰ ਕਰਦਾ ਕਿ ਵੀ ਜਿਹੜੇ 12 ਤੋਂ 15 ਸਾਲ ਦੇ ਬੱਚੇ ਨੇ ਜੀ ਉਹਨਾਂ ਨੂੰ ਹੁਣ ਸਕੂਲ ਦੇ ਵਿੱਚ ਕੋਰਬੇਵੈਕਸ ਦੀ ਡੋਜ਼ ਲੱਗ ਰਹੀ ਹੈ ਜੀ, ਤੇ ਉਹ ਵੀ ਮਾਪੇ, ਟੀਚਰਸ, ਸਮਾਜ ਉਹ ਬੱਚਿਆਂ ਨੂੰ ਵੀ ਉਹ ਡੋਜ਼ ਜ਼ਰੂਰ ਲਗਵਾਵੇ ਜੀ। ਤੇ ਤੀਸਰੀ ਡੋਜ਼ ਦੀ ਗੱਲ ਕੀਤੀ ਆ, ਸਭ ਲਈ ਕੰਪਲਸਰੀ ਆ ਉਹ? ਨਹੀਂ, ਹੌਲੀ ਹੌਲੀ ਜਿਹੜਾ ਬੰਦਾ ਜਦੋਂ ਐਲੀਜੀਬਲ ਹੁੰਦਾ ਜਾਏਗਾ ਹਰ ਲਾਭਪਾਤਰੀ ਲਈ ਜ਼ਰੂਰੀ ਹੈਗੀ ਤੀਜੀ ਡੋਜ਼। ਇਹ ਬੂਸਟਰ ਡੋਜ਼ ਦੇ ਤਹਿਤ ਕੰਮ ਕਰੇਗੀ, ਬਟ ਇਹਦੇ ਵਿੱਚ ਇਹ ਹੈ ਕਿ 9 ਮਹੀਨੇ ਹੋ ਚੁੱਕੇ ਹੋਣੇ ਚਾਹੀਦੇ ਹਨ ਜਦੋਂ ਤੱਕ ਦੂਸਰੀ ਡੋਜ਼ ਲੱਗੀ ਹੋਵੇ, ਔਰ ਜਦੋਂ ਉਹਨਾਂ ਦੇ 9 ਮਹੀਨੇ ਹੋਈ ਜਾਣਗੇ ਦੂਸਰੀ ਡੋਜ਼ ਨੂੰ ਹਰ ਇੱਕ ਨੂੰ ਲੱਗੇਗੀ ਜੀ। ਡਾਕਟਰ ਸਾਹਿਬ, ਥੋੜਾ ਜਿਹਾ ਇਹ ਤੋਂ ਹਟ ਕੇ ਇੱਕ ਮੇਰਾ ਸਵਾਲ ਹੈ ਕਿ ਤਿਉਹਾਰਾਂ ਦਾ ਸੀਜ਼ਨ ਆ ਜਾਂਦਾ ਹੈ ਤਾਂ ਅਕਸਰ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ, ਸੈਂਪਲ ਲਏ ਜਾਂਦੇ ਨੇ, ਖਾਸ ਕਰ ਦੁੱਧ ਤੋਂ ਬਣੇ ਜਿੰਨੇ ਵੀ ਪ੍ਰੋਡਕਟ ਹੁੰਦੇ ਨੇ ਉਹਨਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ।
ਕੀ ਕਾਰਨ ਹੈ ਕਿ ਰੂਟੀਨ ਦੇ ਵਿੱਚ ਚੈਕਿੰਗ ਜ਼ਿਆਦਾ ਨਹੀਂ ਹੋ ਪਾਉਂਦੀ ਤੇ ਜਦੋਂ ਤਿਉਹਾਰਾਂ ਦਾ ਸੀਜ਼ਨ ਆ ਜਾਂਦਾ ਹੈ ਅਕਸਰ ਲੋਕ ਇਹੀ ਕਹਿੰਦੇ ਨੇ ਕਿ ਉਦੋਂ ਹੀ ਸਿਹਤ ਵਿਭਾਗ ਜਾਗਦਾ ਹੈ? ਨਹੀਂ, ਸਿਹਤ ਵਿਭਾਗ ਪੂਰੇ 12 ਮਹੀਨੇ 30 ਦਿਨ 24/7 ਚੌਕਸ ਹੈ ਔਰ ਆਪਣੀ ਬਣਦੀ ਸੈਂਪਲਿੰਗ ਔਰ ਇਸ ਦੇ ਫੂਡ ਦੇ ਸੈਂਪਲਸ ਲਿੱਤੇ ਜਾਂਦੇ ਨੇ ਜੀ। ਤਿਉਹਾਰ ਦੇ ਦਿਨਾਂ ਦੇ ਵਿੱਚ ਕਿਉਂਕਿ ਵਿਕਰੀ ਵੱਧ ਹੁੰਦੀ ਹੈਗੀ ਹੈ ਔਰ ਇਸ ਦਾ ਖਪਤ ਵੱਧ ਹੁੰਦੀ ਹੈ ਤਾਂ ਚਾਂਸ ਕਿਸੇ ਤਰ੍ਹਾਂ ਦਾ ਵੀ ਕੋਈ ਲੂਜ਼ ਐਂਡ ਨਾ ਬਚੇ ਤਾਂ ਇਸ ਕਰਕੇ ਚੌਕਸੀ ਹੋਰ ਵਧਾ ਦਿੱਤੀ ਜਾਂਦੀ ਹੈਗੀ ਔਰ ਲੋਕਾਂ ਦੇ ਜਿਹੜੇ ਹੁਣ ਅੱਜ ਦਾ ਤਿਉਹਾਰ ਦੇ ਦਿਨ ਆਣਗੇ, ਇਸ ਵੇਲੇ ਗਰਮੀਆਂ ਦੇ ਦਿਨ ਵੀ ਹੈ ਨੇ, ਮੇਰੀ ਅਪੀਲ ਹੈਗੀ ਕਿ ਵੀ ਇਸ ਦੀ ਜਿਹੜਾ ਵੀ ਕਿਤੋਂ ਖਾਣਾ ਜਾਂ ਇਹਦੇ 'ਚੋਂ ਹੈਗਾ ਵੀ ਉਹ ਖਰਾਬ ਖਾਣਾ ਨਾ ਖਾਧਾ ਜਾਵੇ ਔਰ ਸਾਡੀ ਸੈਂਪਲਿੰਗ ਵੀ ਵਧਾਈ ਜਾਏਗੀ, ਕੀਤੀ ਜਾਏਗੀ ਤਾਂ ਜੋ ਲੋਕਾਂ ਦੀ ਸਿਹਤ ਠੀਕ ਰੱਖੀ ਜਾ ਸਕੇ। ਔਰ ਖਾਸ ਤੌਰ ਤੇ ਡਾਕਟਰ ਸਾਹਿਬ ਧਿਆਨ ਦੇਣ ਦੀ ਲੋੜ ਹੈ ਜੀ, ਜੇਕਰ ਮੇਰਾ ਇਹ ਸਵਾਲ ਹੈ ਜਾਂ ਮੈਂ ਤੁਹਾਨੂੰ ਇੱਕ ਸੁਜੈਸ਼ਨ ਹੀ ਦੇ ਸਕਦਾ, ਵੈਸੇ ਤਾਂ ਵੱਡੇ ਹੋ ਤੁਸੀਂ, ਨਹੀਂ ਜਿੰਨੀਆਂ ਵੀ ਰੇੜੀਆਂ ਹੁੰਦੀਆਂ ਨੇ ਖਾਸ ਕਰ ਗੰਨੇ ਦੇ ਜੂਸ ਵਾਲੀਆਂ ਹੋ ਗਈਆਂ ਓਪਨ ਦੇ ਵਿੱਚ ਹੁੰਦੀਆਂ ਨੇ, ਉਹਨਾਂ ਲਈ ਵੀ ਕੋਈ ਨਿਰਦੇਸ਼ ਜਾਰੀ ਕੀਤੇ ਜਾਣਗੇ? ਬਿਲਕੁਲ ਕੀਤੇ ਜਾਣਗੇ ਜੀ, ਉਸ ਦੇ ਉੱਤੇ ਵੀ ਚੌਕਸ ਉਹਨਾਂ ਨੂੰ ਅਸੀਂ ਕਿ ਕੀ ਹਦਾਇਤਾਂ ਨੇ, ਕੀ ਪਾਲਣਾ ਕਰ ਸਕਦੇ ਨੇ, ਕੀ ਡੂਜ਼ ਐਂਡ ਡੋਂਟਸ ਹੈਗੇ ਨੇਗੇ ਤਾਂ ਕਿ ਫਿਰ ਲੋਕਾਂ ਦੀ ਸਿਹਤ ਦਾ ਸੰਭਾਲ ਕੀਤਾ ਜਾ ਸਕੇ ਜੀ। ਤੇ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਦੁੱਧ ਦੇ ਲਈ ਜਿਹੜੇ ਅੰਕੜੇ ਸੀਗੇ ਉਹ ਕਾਫੀ ਚੌਂਕਾਉਣ ਵਾਲੇ ਸੀਗੇ ਕਿ 16 ਲੱਖ ਦੇ ਪ੍ਰਤੀ ਜਿਹੜਾ ਹੈਗਾ ਕਿਲੋ ਉਹ ਦੁੱਧ ਦੀ ਪੈਦਾਵਾਰ ਹੋ ਰਹੀ ਹੈ ਤੇ 20 ਲੱਖ ਤੋਂ ਜ਼ਿਆਦਾ ਜਿਹੜੀ ਉਹਦੀ ਕੰਜ਼ੰਪਸ਼ਨ ਹੋ ਰਹੀ ਹੈ ਤੇ ਜਿਹੜਾ ਐਡਾ ਵੱਡਾ ਪਾੜਾ ਹੈ ਉਸ ਨੂੰ ਦੂਰ ਕਰਨ ਵਾਸਤੇ ਹੈਲਥ ਵਿਭਾਗ ਕੀ ਕਰ ਰਿਹਾ ਹੈ? ਕਿਉਂਕਿ ਜੇਕਰ 16 ਲੱਖ ਓਰੀਜਨਲ ਦੁੱਧ ਦਾ ਲੀਟਰ ਤਾਂ ਉਸ ਤੋਂ ਇਲਾਵਾ ਜਿਹੜਾ ਦੁੱਧ ਆ ਉਹ ਕਿੱਥੋਂ ਆ ਰਿਹਾ ਹੈ? ਕੋਈ ਅਜਿਹੀ ਕੋਈ ਰਿਪੋਰਟ ਆਈ ਹੋਵੇ ਜੀ? ਜੀ, ਇਸ ਦੇ ਤਹਿਤ ਸਾਡੀ ਫਿਰ ਛਾਪੇਮਾਰੀ ਚੱਲਦੀ ਰਹਿੰਦੀ ਹੈ, ਚੌਕਸੀ ਰਹਿੰਦੀ ਹੈਗੀ ਕਿ ਕੋਈ ਵੀ ਨਕਲੀ ਦੁੱਧ ਦਾ ਕਾਰੋਬਾਰ ਨਾ ਕਰੇ ਔਰ ਹੁਣ ਤਾਂ ਸਰਕਾਰ ਦੀਆਂ ਹਦਾਇਤਾਂ ਦੇ ਤਹਿਤ ਇੰਟਰ ਡਿਸਟ੍ਰਿਕਟ ਚੈਕਿੰਗ ਵੀ ਸ਼ੁਰੂ ਕੀਤੀ ਗਈ ਹੈ ਜਿੱਥੇ ਕਿ ਇੱਕ ਜ਼ਿਲ੍ਹਾ ਦੂਸਰੇ ਜ਼ਿਲ੍ਹੇ ਦੇ ਵਿੱਚ ਟੀਮਾਂ ਬਣਾ ਕੇ ਭੇਜਿਆ ਜਾ ਰਿਹਾ ਹੈਗਾ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਈ ਜਾ ਸਕੇ ਜੀ। ਔਰ ਨਾਲ ਹੀ ਜੀ ਇੱਕ ਥੋੜ੍ਹਾ ਜਿਹਾ ਹਟਕੇ ਸਵਾਲ ਇਹ ਹੈ ਕਿ ਡਾਕਟਰਸ ਦੇ ਕੋਲ ਜਦੋਂ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੈਣ ਜਾਂਦੇ ਹਾਂ, ਉਹ ਟ੍ਰੀਟਮੈਂਟ ਕਰਦੇ ਨੇ ਤਾਂ ਅਕਸਰ ਲੋਕ ਇਹੀ ਕਹਿੰਦੇ ਨੇ ਕਿ ਦਵਾਈ ਬੜੀ ਮਹਿੰਗੀ ਲਿਖੀ ਜਾਂਦੀ ਹੈ। ਹੋ ਨਹੀਂ ਸਕਦਾ ਕਿ ਉਹਦਾ ਦਵਾਈ ਦੀ ਕੰਪਨੀ ਦੀ ਬਜਾਏ ਉਹਦਾ ਸਾਲਟ ਲਿਖ ਦਿੱਤਾ ਜਾਵੇ? ਦੇਖੋ ਜੀ, ਵੱਖ-ਵੱਖ ਲੈਵਲ ਦੇ ਜਿਹੜੇ ਹਸਪਤਾਲ ਹੁੰਦੇ ਨੇਗੇ, ਚਾਹੇ ਸਾਡਾ ਹੈਲਥ ਵੈਲਨੈਸ ਸੈਂਟਰ ਹੈ, ਚਾਹੇ PHC ਹੈ, CHC ਹੈ, ਸਬ ਡਿਵੀਜ਼ਨ ਹਸਪਤਾਲ ਹੈ, ਜ਼ਿਲ੍ਹਾ ਹਸਪਤਾਲ ਹੈ, ਉੱਥੇ ਜਿਹੜੇ ਲੈਵਲ ਦੀਆਂ ਸਰਕਾਰ ਵੱਲੋਂ ਦਵਾਈਆਂ ਉਪਲਬਧ ਹੁੰਦੀਆਂ ਨੇ ਉਹ ਮਰੀਜ਼ਾਂ ਨੂੰ ਉੱਥੇ ਹੀ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜੇ ਲੋੜ ਪੈਣ ਦੇ ਉੱਤੇ ਕੋਈ ਦਵਾਈ ਨਹੀਂ ਹੁੰਦੀ ਹੈਗੀ ਤਾਂ ਹੀ ਮਰੀਜ਼ ਦੀ ਭਲਾਈ ਵਾਸਤੇ ਡਾਕਟਰ ਵੱਲੋਂ ਲਿਖੀ ਜਾਂਦੀ ਹੈਗੀ ਹੈ ਕਿ ਉਹ ਬਾਹਰੋਂ ਲਿਖੀ ਜਾਵੇ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈਗੀ ਕਿ ਸਾਲਟ ਲਿਖਣ ਦੀ, ਉਹ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਉਸ ਤਰ੍ਹਾਂ ਹੀ ਪਾਲਣਾ ਕੀਤੀ ਜਾਏਗੀ। ਪਰ ਮੇਰੀ ਇੱਥੇ ਬੇਨਤੀ ਇਹ ਹੈ ਕਿ ਜੇ ਸਾਲਟ ਲਿਖ ਕੇ ਦਿੱਤਾ ਜਾਵੇ ਤਾਂ ਸ਼ਾਇਦ ਉਸ ਨੂੰ ਕੋਈ ਬਾਹਰਲੇ ਸ਼ਰਾਰਤੀ ਅਨਸਰ ਮਿਸਯੂਜ਼ ਕਰਕੇ ਜੈਨਰਿਕ ਦਵਾਈ ਜ਼ਿਆਦਾ ਮਹਿੰਗੇ ਰੇਟ ਦੇ ਉੱਤੇ ਜਾਂ ਬ੍ਰਾਂਡਡ ਜੈਨਰਿਕ ਜਾਂ ਇੱਕ ਪੂਰੀ ਬ੍ਰਾਂਡਡ ਮੈਡੀਸਨ ਕਿਸ ਤਰ੍ਹਾਂ ਦੀ ਮਿਲੇਗੀ ਉਹ ਯਕੀਨੀ ਬਣਾਉਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈਗਾ। ਔਰ ਜੇ ਡਾਕਟਰ ਆਪਣੇ ਤੌਰ ਦੇ ਉੱਤੇ ਦਵਾਈ ਲਿਖਦਾ ਹੈਗਾ ਤਾਂ ਉਸ ਦੇ ਉੱਤੇ ਵਿਸ਼ਵਾਸ ਕਰਦੇ ਹੋਏ ਜਿਹੜੀ ਦਵਾਈ, ਸਿਰਫ ਉਹੀ ਦਵਾਈ ਜਿਹੜੀ ਹਸਪਤਾਲ ਦੇ ਵਿੱਚ ਮੁਹੱਈਆ ਨਹੀਂ ਹੈਗੀ ਕੀਤੀ ਜਾ ਸਕਦੀ ਹੈਗੀ, ਉਹ ਲਿਖੀ ਜਾਵੇ। ਤੇ ਨਾਲ ਹੀ ਲੈਬਸ ਦੀ ਗੱਲ ਕੀਤੀ ਜਾਵੇ ਤਾਂ ਲੈਬਸ ਦੇ ਵਿੱਚ ਰੇਟ ਜਿਹੜੇ ਹੁੰਦੇ ਨੇ ਉਹ ਤੈਅ ਨਹੀਂ ਹੁੰਦੇ। ਕਿਸੇ ਲੈਬ ਦੇ ਕੋਈ ਟੈਸਟ ਦੀ ਗੱਲ ਕੀਤੀ ਜਾਵੇ, ਕੋਈ 800 'ਚ ਕਰ ਰਿਹਾ ਹੈ, ਕੋਈ 1200 'ਚ ਕਰ ਰਿਹਾ ਹੈ, ਕੋਈ 1600 'ਚ ਕਰ ਰਿਹਾ ਹੈ, ਕਿ ਕੋਈ ਲਿਸਟਾਂ ਵੀ ਜਾਰੀ ਕੀਤੀਆਂ ਜਾ ਸਕਦੀਆਂ ਨੇ ਜਾਂ ਸਿਹਤ ਵਿਭਾਗ ਵੱਲੋਂ ਕੋਈ ਅਜਿਹੇ ਨਿਰਦੇਸ਼ ਜਾਰੀ ਕੀਤੇ ਜਾਣ ਕਿ ਸਭ ਦਾ ਜਿਹੜਾ ਲੈਬ ਦੇ ਟੈਸਟਾਂ ਦੀ ਕੀਮਤ ਉਹ ਇੱਕ ਹੋ ਜਾਵੇ? ਦੇਖੋ ਜੀ, ਜਿਸ ਤਰ੍ਹਾਂ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਹੈਗਾ ਵੀ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਤਹਿਤ ਹਰ ਇੱਕ ਸਰਜਰੀ ਦੇ, ਹਰ ਇੱਕ ਟੈਸਟ ਦੇ, ਹਰ ਇੱਕ ਲੈਬ ਟੈਸਟ ਦੇ, ਹਰ ਇੱਕ ਇਨਵੈਸਟੀਗੇਸ਼ਨ ਦੇ ਰੇਟ ਪਹਿਲਾਂ ਹੀ ਤੈਅ ਨੇਗੇ ਔਰ ਮਰੀਜ਼ ਨੂੰ ਮੁਫਤ ਮੁਹੱਈਆ ਕਰਾਏ ਜਾਂਦੇ ਨੇ। ਜਿੱਥੇ ਤੱਕ ਪ੍ਰਾਈਵੇਟ ਅਦਾਰਿਆਂ ਦੀ ਗੱਲ ਹੈਗੀ ਹੈ, ਲੈਬਸ ਦੀ ਚਾਹੇ ਸੈਂਟਰਸ ਦੀ ਗੱਲ ਹੈਗੀ, ਉੱਥੇ ਜਿਹੜਾ ਹਰ ਇੱਕ ਆਪਣਾ ਅਦਾਰਾ ਪ੍ਰਾਈਵੇਟ ਉਹ ਆਪਣੀਆਂ ਸਹੂਲਤਾਂ ਦੇ ਹਿਸਾਬ ਨਾਲ, ਆਪਣੇ ਤਜਰਬੇ ਤੇ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ, ਆਪਣੀ ਮਸ਼ੀਨਾਂ ਦੇ ਹਿਸਾਬ ਦੇ ਨਾਲ ਆਪਣਾ ਰੇਟ ਤੈਅ ਕਰਦਾ ਹੈਗਾ। ਪਰ ਮੇਰੀ ਇੱਥੇ ਇੱਕੋ ਹੀ ਸੁਝਾਅ ਹੋਏਗਾ ਕਿ ਉਸ ਦੀ ਰੇਟ ਲਿਸਟ ਜ਼ਰੂਰ ਡਿਸਪਲੇ ਹੋਣੀ ਚਾਹੀਦੀ ਹੈ ਜੀ। ਡਾਕਟਰ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ-ਵੱਖ ਮੁੱਦਿਆਂ ਦੇ ਉੱਤੇ ਕਾਫੀ ਕੁਝ ਸਪਸ਼ਟ ਕਰ ਦਿੱਤਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਧੰਨਵਾਦ ਜੀ, ਧੰਨਵਾਦ ਸਰ। ਇਹ ਸਨ ਸਾਡੇ ਨਾਲ ਪਟਿਆਲਾ ਦੇ ਸਿਵਲ ਸਰਜਨ ਡਾਕਟਰ ਜਤਿੰਦਰ ਕਾਂਸਲ, ਜਿਨ੍ਹਾਂ ਨੇ ਕਾਫੀ ਕੁਝ ਸਪਸ਼ਟ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਿਹਤ ਵਿਭਾਗ ਕੰਮ ਕਰ ਰਿਹਾ ਹੈ, ਮਹਾਮਾਰੀਆਂ ਤੋਂ ਬਚਾਅ ਲਈ ਕੀ ਕਦਮ ਚੁੱਕੇ ਜਾ ਰਹੇ ਨੇ। ਸੋ ਅਜਿਹੀ ਸ਼ਖਸੀਅਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਜਲਦ ਆ ਰਿਹਾ ਹੈ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸਿਰਫ D5 ਚੈਨਲ ਪੰਜਾਬੀ ਤੇ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ।
ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।